बिस्मिल्लाहिर्रहमानिर्रहीम। अस्सलाम वालेकुम। मैं हूं आपका मेज़बान वसी शाह और आप देख रहे हैं ज़बरदस्त। नाज़रीन, आपको थाने लिए चलते हैं और देखते हैं वहाँ क्या हो रहा है। जी अस्सलाम वालेकुम। वालेकुम सलाम। किधर हैं भाई गेड़ा साहब? सर आ रहे हैं। ਕਿਹੜੇ ਕਿਹੜਾ ਸਾਹਿਬ ਜਨਾਬ भाई, गेड़ा साहब जो SHO हैं। ਇਹ ਤੁਹਾਨੂੰ ਕੋਈ ਨਜ਼ਰ ਨਹੀਂ ਆ ਰਿਹਾ ਜਹਾਂ से ਬਾਬਾ ਖੋਜੀ ਪੁਰਾਣਾ आप नज़र तो आ रहे हैं मगर थाने के इंचार्ज तो गेड़ा साहब ही हैं। ਉਹ ਇੰਚਾਰਜ ਉਹ ਹੀ ਹੁੰਦਾ ਜਨਾਬ ਜਿਹੜਾ ਸੀਟ ਤੇ ਬੈਠਾ ਹੋਵੇ अरे वाह, ਉਹ ਬੇੜਾ ਕਰਕੇ ਨਾ ਕਰਾ ਲਈ ਆਪਣਾ, ਉੱਠ ਜਾ ਸਾਹਿਬ ਆਣ ਵਾਲੇ, ਖੁਦਾ ਦਾ ਵਾਸਤੇ ਹੀ ਉੱਠ ਜਾ। ਉਹ ਯਾਰ ਕਾਹਦੇ ਲਈ ਬੇੜਾ ਗਰਕ ਹੋਣਾ ਮੈਂ ਕੀ ਹੋਇਆ ਤੈਨੂੰ ਜਾ ਕੰਮ ਕਰ ਜਾ ਕੇ ਕਮਾਲ ਹੈ ਤੇਰੇ ਯਾਰ। ਅੱਖਾਂ ਥੱਲੇ ਕਰੋ ਏ ਮੈਨੂੰ ਗੇੜਾ ਨਾ ਸਮਝੋ ਸਮਝਿਆ ਕਿ ਨਹੀਂ ਮੈਂ ਬਹੁਤ ਸਖਤ ਅਫਸਰ ਹਾਂ ਤੁਸੀਂ ਗੇੜੇ ਦੇ ਗਿੱਜੇ ਹੋ ਮੈਂ ਤੁਹਾਨੂੰ ਇੱਥੇ ਲੰਮਿਆਂ ਪਾ ਕੇ ਨਾ ਤੇ ਤੁਹਾਡੀਆਂ ਚਮੜੀਆਂ ਲਾ ਦੇਣੀਆਂ ਨੇ ਉਹ ਬਾਬੂ ਜੀ ਕਿਹੜਾ ਅਫਸਰ ਏ? ਕਿਹੜਾ ਅਫਸਰ ਪਤਾ ਨਹੀਂ ਘਰ ਹੋਏਗਾ ਅਫਸਰ ਇੱਥੇ ਕਿਤੇ ਅਫਸਰ ਤੇ ਬੱਬਾ, ਉਹ ਬਾਬਾ ਬਾਜ਼ ਆ ਜਾ, ਤੈਨੂੰ ਕਹਿ ਰਿਹਾ ਗੇੜਾ ਸਾਹਿਬ ਨੂੰ ਪਤਾ ਲੱਗ ਗਿਆ ਤੇ ਤੇਰੇ ਬੇੜੇ ਕਰ ਦੇਣੇ ਨੇ ਉਹਨਾਂ ਨੇ। ਬੰਦ ਕਰ ਮੂੰਹ ਤੂੰ ਤੇ ਚਮਚਾ ਹੀ ਉਹਦਾ ਗੇੜੇ ਦਾ ਮੈਂ ਕੋਈ ਚਮਚਾ ਵਾਂ ਰਿਸ਼ਵਤ ਖਾ ਖਾ ਕੇ ਉਹਦਾ ਢਿੱਡ ਵੱਧ ਗਿਆ अच्छा आपका ख्याल है गेड़ा साहब रिश्वत खाते हैं? ਤੇ ਹੋਰ ਮਿੱਟੀ ਖਾਣ ਨਾਲ ਢਿੱਡ ਵਧਿਆ ਇਹ ਦੇਖੋ ਜੀ ਮੇਰਾ ਤਾਂ ਨਹੀਂ ਨਾ ਵਧਿਆ ਢਿੱਡ ਹੱਕ ਲਾਲ ਦੀ ਰੋਟੀ ਖਾਣੇ ਅਸੀਂ ਤੁਹਾਨੂੰ ਪਤਾ ਕਿਹੜਾ ਬੜਾ ਖਤਰਨਾਕ ਅਫਸਰ ਏ? ਉਹ ਕਾਹਦਾ ਖਤਰਨਾਕ ਅਫਸਰ ਹੈ ਇਹਨੇ ਪੁਲਿਸ ਮੁਕਾਬਲੇ ਨੂੰ ਕੀਤੇ ਨੇ ਬਾਬਾ। ਉਹ ਕਿੰਨੇ ਪੁਲਿਸ ਮੁਕਾਬਲੇ ਕਰਨਾ ਚਾਰ ਪੇਟੀਆਂ ਫਰੂਟ ਦੀਆਂ ਚੱਲ ਜਾਣ ਉਹਦੀ ਜ਼ਬਾਨ ਨਹੀਂ ਖੁੱਲਦੀ अच्छा, ਹਾਂਜੀ तो गेड़ा साहब इस सीट तक कैसे पहुंचे? ਮਿੰਤਾਂ ਤਰਲੇ ਕਰ ਕਰਕੇ ਜਨਾਬ किसकी? ਅਫਸਰਾਂ ਦੀਆਂ अच्छा, ਪੈਰ ਘੁੱਟ ਕੇ ਉਹਨਾਂ ਦੇ ਕਿਉਂ ਝੂਠ ਬੋਲ ਰਹੇ ਬਾਬਾ? ਬਕਵਾਸ ਕਰ ਰਹੇ ਹੈ ਓਏ ਆਪਣੀ ਕਾਬਲੀਅਤ ਤੇ ਆਇਆ ਅਫਸਰ। ਉਹ ਤੂੰ ਤੇ ਚਮਚਾ ਹੈ ਤੂੰ ਤੇ ਉਹਦੇ ਨਾਲ ਦੀ ਗੱਲ ਕਰਨੀ ਹੈ ਤੂੰ ਜੀ ਡਰਪੋਕ ਆਦਮੀ ਹੈ ਮੇਰਾ ਤੇ ਬਸ ਚੱਲੇ ਮੈਂ ਗੇੜੇ ਨੂੰ ਚਪੇੜਾ ਮਾਰਾਂ ਜੀ ਚਪੇੜਾ आपके सीनियर अफसर हैं वो? ਹਾਂਜੀ सीनियर अफसर हैं तो बड़ी गलत बात कर रहे हैं आप। ਰਿਸ਼ਵਤ ਲੈਂਦਾ ਚਪੇੜਾ ਨਾ ਮਾਰਾ ਉਹਨੂੰ नहीं, अगर कोई रिश्वत लेता है और आपसे सीनियर है या जूनियर है तो जो आपके महकमाना कवायद व ज़वाबित है उसके तहत आप दरख्वास्त दें अपने सीनियर्स को, उनके इल्म में लेके आए। ਉਹ ਸਾਰੀਆਂ ਗੱਲਾਂ ਜੀ ਕਰ ਲੈਣੀਆਂ, ਕੱਲ ਫਾਂਸੀ ਤੇ ਨਹੀਂ ਤੈਨੂੰ। ਉਹ ਬੜਾ ਕਾਬਿਲ ਅਫਸਰ ਹੈ ਕਿਹੜਾ, ਐਵੇਂ ਤਰੱਕੀ ਨਹੀਂ ਹੁੰਦੀ। ਉਹ ਕਈ ਵਾਰੀ ਪੁਲਿਸ ਮੁਕਾਬਲੇ 'ਚ ਦੌੜਿਆ ਜੀ ਤੇ ਕਦੀ ਦੌੜਨਾ ਵੀ ਪੈਂਦਾ, ਪੁਲਿਸਾਂ ਕੋਲ ਚੰਡਾ ਖਾ ਰਹੀ ਏ। ਉਹਦੇ ਸ਼ਨਾਖਤੀ ਕਾਰਡ ਲੱਭ ਕੇ ਅਸੀਂ ਦਿੱਤੇ ਨੇ ਔਰ ਜਿਹੜਾ ਢਿੱਡ ਹੈ ਯਕੀਨ ਕਰੋ ਉਹਦੇ ਕੋਲ ਦੌੜਿਆ ਵੀ ਨਹੀਂ ਜਾਂਦਾ ਇਹ ਪਿਛਲੇ ਹਫਤੇ ਸ਼ਹਿਰ 'ਚ ਡਕੈਤ ਦੰਦਰਾਂ ਦੇ ਫਿਰ ਰਹੇ ਸਨ, ਉਹਨੂੰ ਕਿਹਨੇ ਫੜਿਆ? ਉਹ ਫੜੇ ਤੇ ਅਸੀਂ ਸਨ ਹੁਣ ਤੇ ਪੈਸੇ ਲੈ ਕੇ ਛੱਡੇ ਸਨ ਉਹ ਬਾਬਾ ਤੇਰੀ ਮੱਤ ਤੇ ਨਹੀਂ ਵੱਜ ਗਈ? ਕੀ ਹੋਇਆ ਤੈਨੂੰ ਅੱਜ? ਤੁਸੀਂ ਯਕੀਨ ਕਰੋ ਕਿ ਚਾਰ ਡਿਕੇਟ ਸਨ ਇੱਕ ਨੂੰ ਮੈਂ ਕਾਲਰ ਤੋਂ ਫੜਿਆ ਦੂਜੇ ਨੂੰ ਮੈਂ ਕਾਲਰ ਤੋਂ ਫੜਿਆ ਦੋ ਨੂੰ ਮੈਂ ਦੰਦਾਂ ਨਾਲ ਫੜਿਆ ਮੈਂ ਲੈ ਕੇ ਘਸੀਟ ਕੇ ਇੱਥੇ ਆਇਆ ਜਨਾਬ ਝੂਠ ਬੋਲ ਰਹੇ ਬਾਬਾ, ਕਾਲਰ ਤੱਕ ਤੇ ਤੇਰਾ ਹੱਥ ਹੀ ਨਹੀਂ ਗਿਆ। ਔਰ ਐਸਾ ਝੂਠਾ ਆਦਮੀ ਜੇ ਉਹ ਮੈਨੂੰ ਬੋਲਣ ਦਿਓ ਇਹ ਮੂੰਹ ਬੰਦ ਰੱਖ ਵੱਡਿਆਂ ਸਾਹਿਬਾਂ ਨੂੰ ਜਾ ਕੇ ਕਹਿੰਦਾ ਜੀ ਮੈਂ ਫੜੇ ਨੇ ਇਹ ਸਾਰੀ ਕਾਰਵਾਈ ਮੈਂ ਕੀਤੀ ਹੈ ਇਹ ਥੋੜੀ ਦੇਰ ਹੋਰ ਬੈਠਾ ਨਾ, ਇਹਨੇ ਬੈਠਾ ਬੈਠਾ ਆਈ ਜੀ ਲੱਗ ਜਾਣੇ। ਇਹਦਾ ਮਤਲਬ ਹੈ ਬਾਬਾ ਤੂੰ ਇਥੋਂ ਗੇੜਾ ਸਾਹਿਬ ਦੀ ਟ੍ਰਾਂਸਫਰ ਕਰਵਾ ਕੇ ਤੇ ਆਪ ਸੀਟ ਦੇ ਉੱਤੇ ਬਹਿਣਾ ਚਾਹ ਰਿਹਾ? ਟ੍ਰਾਂਸਫਰ ਨਹੀਂ ਜਨਾਬ ਇਹੋ ਜਿਹਾ ਰਾਸ਼ੀ ਤੇ ਬੁਜ਼ਦਲ ਅਫਸਰ ਨੂੰ ਮਹਿਕਮੇ 'ਚ ਨਹੀਂ ਹੋਣਾ ਚਾਹੀਦਾ ਬਾਬਾ ਸੋਚ ਲੈ, ਗੇੜਾ ਥਾਣੇ ਦੇ ਬਾਹਰ ਮਿੱਠੇ ਲਾਦਾ ਕਿੱਡਾ ਬੁਰਾ ਲੱਗੇਗਾ। अच्छा, गेड़ा साहब बुजदिल भी हैं? ਬੁਜ਼ਦਲ ਇਹੋ ਜਿਹਾ ਜਨਾਬ ਤੁਹਾਨੂੰ ਮੈਂ ਕੀ ਦੱਸਾਂ ਇੱਕ ਜਗ੍ਹਾ ਤੇ ਰੇਡ ਕਰਨ ਗਏ ਆ ਸਿਰਫ ਕੁੱਤਾ ਭੌਂਕਿਆ अच्छा, ਕਿਹੜਾ ਇੰਜ ਦੌੜਿਆ ਜਿਵੇਂ ਖਰਗੋਸ਼ ਦੌੜਦਾ ਔਰ ਯਕੀਨ ਕਰੋ ਇਹਦੇ ਟੜਨਾ ਗੇੜਾ ਸਾਹਿਬ ਦੌੜ ਰਹੇ ਸਨ ਸਾਡੇ ਹਾਸੇ ਚੁੱਟ ਕੇ अच्छा जहांजेब साहब, ਆਸਤਾ ਆਸਤਾ ਅਸਰ ਹੋਣ ਡਿਆ ਮੇਰੀਆਂ ਗੱਲਾਂ ਦਾ ये बताइए अच्छा गेड़ा साहब तो ये कहते हैं कि वो बड़ी दिलेराना किस्म की कार्रवाइयां करते रहे माजी में। ਉਹ ਬਕਵਾਸ ਕਰਦਾ ਜੀ ਸਭ ਝੂਠ ਬੋਲਦਾ ਉਹਦੇ ਵਰਗਾ ਝੂਠਾ ਹੀ ਕੋਈ ਨਹੀਂ ਹੈਗਾ अच्छा, ਇੱਕ ਦਫਾ ਦਾ ਵਾਕਿਆ ਜੇ 20 ਖੁਸਰੇ ਆਪਸ ਚ ਲੜ ਪਏ ख्वाजा सरा। ਤੁਸੀਂ ਖਵਾਜਾ ਸਰਾ ਹੀ ਕਹਿਣਾ ਹੈ नहीं, आपको भी ख्वाजा सरा ही कहना है इसलिए कि ख्वाजा सरा इसी नाम से पहचाने जाना चाहते हैं, तो किसी भी शख्स को उसी नाम से बुलाना चाहिए जिस नाम से वो जाना जाना चाहता हो। वो ख्वाजा सरा है, उनको ख्वाजा सरा कहिए। ਚਲੋ ਜੀ ਤੁਹਾਡੇ ਲਈ 20 ਖਵਾਜਾ ਸਰਾ ਲੜ ਪਏ ठीक है। ਹਾਂਜੀ ਹੱਥੋਂ ਪਾਈ ਹੋਏ ਨੇ अच्छा, ਜਹਾਂ ਸੇ ਬਾਬਾ ਜਨਾਬ ਗਿਆ ਉਸ ਲੜਾਈ ਚ ਛਡਾਇਆ ਖੁਸਰਿਆਂ ਨੂੰ ख्वाजा सराओं को ਲੜਾਈ ਤੇ ਛੁਡਾ ਦਿੱਤੀ ਨਾ ਮੈਂ ਭਾਵੇਂ ਖੁਸਰੇ ਸਨ ਤੇ ਭਾਵੇਂ ਖਵਾਜਾ ਸਰਾ ਸਨ ये लफ्ज मत बोला करें, ख्वाजा सरा बस। अच्छा जी ख्वाजा सरा जी कोई हर्ज नहीं है, अगर वो पुलिस में हो, किसी मकाम पर हो, आपसे सीनियर हो तो आप उन्हें सैल्यूट भी कर सकते हैं। ਪੁਲਿਸ ਵੀ ਹੋਣਗੇ ਹਾਂ, ਯਾਨੀ ਕਿਉਂ ਤੁਸੀਂ ਨਹੀਂ ਚਾਹੁੰਦੇ ਹੋ ਥਾਣੇ 'ਚ ਦੂਜਾ ਗੇੜਾ ਆ ਜੇ ਉਹ ਬਾਬਾ ਬੰਦੇ ਦਾ ਪੁੱਤਰ ਬਣ, ਗੱਲ ਕਾਫੀ ਅੱਗੇ ਨਿਕਲ ਗਈ ਏ। ਉਹ ਤੂੰ ਚੁੱਪ ਕਰ ਤੂੰ ਤੇ ਉਹਦਾ ਮਾਲ ਖਾਨਾ ਗੇੜੇ ਦਾ ਇਸ ਤੋਂ ਬਾਅਦ ਜਾਂ ਤੂੰ ਟ੍ਰਾਂਸਫਰ ਹੋਣਾ ਹੀ ਆ। ਮੈਂ ਜ਼ਿਆਦਾ ਗੱਲਾਂ ਨਾ ਕਰ ਜਾ ਚਾਹ ਲੈ ਗਿਆ ਉਹ ਬੰਦੇ ਦਾ ਪੁੱਤਰ ਬਣ ਬਾਬਾ, ਕਿਹਨੂੰ ਕਹਿੰਦੇ ਆ? ਇਹ ਬਦਤਮੀਜ਼ੀ ਕਰਦਾ ਰਹੇਗਾ ਦੋ ਮੌਜੂਦ ਆਦਮੀ ਆਪਸ 'ਚ ਗੁਫ਼ਤਗੂ ਕਰ ਰਹੇ ਨੇ ਮੌਜੂਦ ਇੱਥੇ ਤਿੰਨ ਨੇ, ਤੂੰ ਨਿਸ਼ਾਨਦੇਹੀ ਨਹੀਂ ਕਰਨ ਡਿਆ।
ਬਾਬਾ ਕਦੋਂ ਦਾ ਨੂੰ ਮੈਂ ਕਿਹਾ ਜੇ ਚਾਹ ਲੈ ਕੇ ਆ, ਨਹੀਂ ਲੈ ਕੇ ਆਂਡਿਆ। ਉਹ ਬਾਬਾ ਅੱਜ ਤੇਰੀ ਮੱਤ ਵੱਜ ਗਈ, ਘਰੋਂ ਮਾਰ ਤੇ ਨਹੀਂ ਖਾਇਆ। ਉਹ ਚਾਹ ਲਿਆਣਾ ਕਿ ਮੈਂ ਤੇਰੀ ਪੇਟੀ ਲਵਾਵਾਂ ਏ। ਹਾਫ ਸੈਟ ਸਾਡੀ ਵੀ ਲੈ ਆਈ ਯਾਰ। ਉਹ ਸਰ ਤੁਸੀਂ ਬੈਠੋ, ਕੀ ਕਰਦੇ ਹੋ? ਸੀਨੀਅਰ ਹੋ ਤੁਸੀਂ, ਮੈਂ ਲੈ ਕੇ ਆਣਾ, ਬੈਠੋ ਤੁਸੀਂ। ਉਹ ਜਿੱਡੀ ਤਾਕਤ ਨਾਲ ਕਹਿ ਰਿਹਾ, ਮੈਨੂੰ ਲੱਗਦਾ ਮੈਂ ਵਾਕਈ ਜੂਨੀਅਰ ਹਾਂ ਯਾਰ। ਚੀਨੀ ਵੱਖਰੀ ਪੀਓਗੇ? ਅੱਜ ਨਹੀਂ ਵੱਖਰੀ ਲੈ ਕੇ ਆਈ। ਉਹ ਸਰ ਤੁਸੀਂ ਅਫਸਰ ਹੋ, ਬੈਠੋ, ਚਾਹ ਆ ਜਾਂਦੀ ਹੈ, ਇਹੀ ਲੈ ਕੇ ਆਏਗਾ, ਜਾ ਕੇ ਬੈਠੋ ਤੁਸੀਂ। ਉਹਦੀਆਂ ਸਾਰੀਆਂ ਗੱਲਾਂ ਤੋਂ ਬਾਅਦ ਤੈਨੂੰ ਯਕੀਨ ਹੈ ਕਿ ਮੈਂ ਹੀ ਹਾਂ? ਉਹ ਬੈਠੋ ਸਰ, ਤੁਸੀਂ ਅਫਸਰ ਹੋ ਤੇ ਪਾਵਰ ਦਾ ਇਸਤੇਮਾਲ ਕਰੋ, ਬੈਠੋ। ਮੇਰੇ ਬਹਿਣ ਤੋਂ ਪਹਿਲੇ ਪਾਵਰ ਦਾ ਇਸਤੇਮਾਲ ਤੇ ਉਹ ਕਰ ਬੈਠਾ ਹੈ। ਮੈਂ ਤੇ ਇਸ ਵਕਤ ਆਪਣੇ ਆਪ ਨੂੰ ਪਾਵਰਲੈਸ ਮਹਿਸੂਸ ਕਰ ਰਿਹਾ। ਉਹ ਗੱਲਾਂ ਕਰੀ ਜਾਂਦੇ, ਤੈਨੂੰ ਕਿਹਾ ਚਾਹ ਲੈ ਕੇ ਆ। ਬਾਬਾ ਜੀ ਜਾਂਦੇ ਬਾਬਾ, ਜਾਂਦੇ ਬਾਬਾ। ਉਹ ਤਕਲੀਫ ਤੈਨੂੰ ਕੀ ਏ? ਤੁਹਾਡੇ ਆਉਣ ਤੋਂ ਪਹਿਲੇ ਤੁਹਾਡੀਆਂ ਖੈਰਾਂ ਮੰਗਣ ਡਿਆ ਸਾਂ। ਜਾਂਦੇ ਬਾਬਾ ਯਾਰ ਅੱਜ ਤੂੰ ਮੇਰੀ ਏਡੀਆਂ ਤਾਰੀਫਾਂ ਕੀਤੀਆਂ, ਮੈਨੂੰ ਤੂੰ ਮੇਰਾ ਸਸੁਰਾਲੀ ਰਿਸ਼ਤੇਦਾਰ ਲੱਗਾ। ਇੰਨੀਆਂ ਤਾਰੀਫਾਂ ਤਾਂ ਕਦੀ ਉਧਰੋਂ ਨਹੀਂ ਹੋਈਆਂ ਯਾਰ। ਤੂੰ ਇਧਰ ਆ, ਤੇਰੀ ਜਗ੍ਹਾ ਹੈ ਵੇ ਬਾਬਾ। ਬਾਬਾ ਇਧਰ ਆ ਜੀ। ਬਾਬਾ, ਇਧਰ ਆ ਨਾ ਨਾ ਉਹ ਸਾਹਿਬ ਜੀ ਮੈਂ ਇੱਥੇ ਹੀ ਠੀਕ ਹਾਂ ਜੀ। ਬਾਬਾ। ਆਇਆ ਮੇਰੇ ਤੋਂ ਪਹਿਲੇ ਵੀ ਤਾਂ ਬੈਠਾ ਹੈ, ਆਜਾ। ਉਹ ਸਰ ਜੀ ਮੈਂ ਤੈਨੂੰ ਸਾਫ਼ ਕਰ ਰਿਹਾ ਸੀ ਸੀਟ ਨੂੰ। ਮੈਂ 2 ਮਿੰਟ ਹੋਰ ਨਾ ਆਂਦਾ, ਤੂੰ ਸੀਟ ਸਾਫ਼ ਕਰ ਗਿਆ ਸੀ। ਕਿ ਮੇਰੇ ਗੇੜਾ ਸਾਹਿਬ ਨੇ ਆਣਾ ਹੈ, ਉਹਨਾਂ ਨੇ ਇੱਥੇ ਤਸ਼ਰੀਫ ਰੱਖਣੀ ਹੈ। ਆਏ ਤੇ ਤੁਸੀਂ ਨਾਮ ਹੀ ਉੱਪਰ ਯਕੀਨ ਕਰੋ, ਮੈਂ ਤੇ ਇਹਨੂੰ ਸਲੂਟ ਮਾਰਦਾ ਰਹਿਣਾ। ਜੋਤ ਮੈਨੂੰ ਬਣਾਤਾ, ਮੈਂ ਬਹਿਣਾ ਵੀ ਇੰਜ ਜਾ ਕੇ ਸੀ। ਬੈਠੋ, ਇਹ ਦੇਖੋ ਕਿੰਨੇ ਸੋਹਣੇ ਲੱਗ ਰਹੇ ਹੋ ਤੁਸੀਂ। ਸੋਹਣਾ ਤਾਂ ਨਹੀਂ ਲੱਗ ਰਿਹਾ, ਮੇਰੀ ਅੱਜ ਮਜਬੂਰੀ ਹੈ ਬਹਿਣਾ। ਬਾਬਾ ਜੀ ਹਾਂਜੀ। ਗੇੜਾ ਫਿਰ ਰਿਸ਼ਵਤਖੋਰ ਵੀ ਹੈ? ਨਾ ਜੀ ਨਾ, ਦੁਆਈ ਖੁਦਾ ਦੀ। ਗੇੜਾ ਸਾਹਿਬ ਨੇ ਅੱਜ ਤੱਕ 1 ਰੁਪਈਆ ਨਹੀਂ ਰਿਸ਼ਵਤ ਦਾ ਲਿਆ ਜਨਾਬ। अभी तो आप कह रहे थे बहुत राशि है वो। ਕਿੰਨੇ ਕਿਹਾ ਸੀ ਉਹਦੀ ਜ਼ੁਬਾਨ ਸੜ ਜਾਏ। ਗੇੜਾ ਸਾਹਿਬ ਤੁਹਾਨੂੰ ਯਾਦ ਹੈ ਇੱਕ ਵਾਰੀ ਚੋਰੀ ਦੇ ਮੁਲਜ਼ਮ ਸਨ ਜਨਾਬ, ਕਰੋੜਾਂ ਰੁਪਈਆ ਲਿਆ ਕੇ ਉਹਨਾਂ ਨੇ ਇਸ ਟੇਬਲ ਦੇ ਉੱਤੇ ਰੱਖ ਦਿੱਤਾ। गेड़ा साहब के सामने? ਹਾਂਜੀ। ਹਾਂਜੀ। ਗੇੜਾ ਸਾਹਿਬ ਨੇ ਚੁੱਕ ਕੇ ਲੱਤ ਮਾਰੀ ਹੈ ਪੈਸੇ ਨੂੰ। ਹਾਂਜੀ ਲੈ ਜਾ ਕਿ ਲੈ ਜਾ, ਔਰ ਗੱਡੀ 'ਚ ਰੱਖ ਦੇ ਜਾ ਕੇ। ਬਾਬਾ ਇਹੀ ਬਾਗਾ ਹੈ ਨਾ? ਨਾ 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 ਨਾ, 1 ਰੁਪਈਆ ਨਹੀਂ ਜੀ ਲਿਆ। ਹਾਂ 1 ਰੁਪਏ ਜਿਹਨੇ ਕਰੋੜ ਲਿਆ, ਉਹਨੇ ਰੁਪਈਆ ਕਿਉਂ ਲੈਣਾ? ਨਹੀਂ ਨਹੀਂ ਗੇੜਾ ਸਾਹਿਬ, ਤੁਸੀਂ ਮੈਨੂੰ ਤੱਤੇ ਤਵੇ ਦਾ ਵੀ ਬਾ ਦਿਓਗੇ ਤੇ ਮੈਂ ਝੂਠ ਨਹੀਂ ਬੋਲ ਸਕਦਾ। ਗੱਲਾਂ ਤੂੰ ਤੱਤੇ ਤਵੇ ਤੇ ਬਹਿਣ ਵਾਲੀ ਕੀਤੀਆਂ ਨੇ ਅੱਜ। ਹਾਲਾਂਕਿ ਯਕੀਨ ਕਰੋ ਸ਼ਾਹ ਜੀ, ਗੇੜਾ ਸਾਹਿਬ ਨੂੰ ਉਸ ਵੇਲੇ 1 ਲੱਖ ਰੁਪਏ ਦੀ ਬੜੀ ਜ਼ਰੂਰਤ ਸੀ। अच्छा फिर? ਕਰੋੜਾਂ ਰੁਪਈਆ ਠੁਕਰਾ ਦਿੱਤਾ। अच्छा फिर? ਇਹਨਾਂ ਨੇ ਕਿਹਾ ਮੈਂ ਆਪਣਾ ਕਾਰ ਵੇਚ ਦਿਆਂਗਾ, ਪਰ ਇਹ ਹਰਾਮ ਦੇ ਕਰੋੜ ਚੋਂ ਮੈਂ 1 ਰੁਪਈਆ ਨਹੀਂ ਲੈ ਸਕਦਾ। अच्छा ਝੂਠ ਬੋਲ ਰਿਹਾ, ਕਿਰਾਏ ਦਾ ਘਰ ਕੌਣ ਵੇਚ ਸਕਦਾ? ਇਹ ਕਿਰਾਏ ਦੇ ਘਰ ਦੀ ਗੱਲ ਸੁਣ ਲਓ ਜਨਾਬ। ਓਏ ਉਹ ਨਾ ਦੱਸੀ ਓਏ। ਕਿਰਾਏ ਦਾ ਘਰ ਹੈ ਜਨਾਬ, ਕਿੱਡੇ ਕੋਈ ਇਮਾਨਦਾਰ ਅਫਸਰ ਹੈ ਕਿ ਅਸੀਂ ਕਿਰਾਇਆ ਦਿੰਨੇ ਉਹਦਾ। ਅੱਛਾ ਗੱਲ ਤੂੰ ਇਹ ਵੀ ਵੈਸੇ ਮੇਰੇ ਖਿਲਾਫ ਹੀ ਕੀਤੀ ਹੈ। ਓਏ ਸ਼ਾਹ ਜੀ, ਇੱਕ ਵਾਰੀ ਇੱਕ ਮੁਜਰਮ ਫੜ ਲਿਆ, 20 ਸਾਲ ਉਹਨੂੰ ਸਜ਼ਾ ਹੋ ਸਕਦੀ ਸੀ। अच्छा ਉਹਨੇ ਜਨਾਬ ਆਪਣੇ 2 ਕਨਾਲ ਦੇ ਘਰ ਦੀ ਫਰਦ ਲਿਆ ਕੇ ਸਾਹਿਬ ਦੇ ਅੱਗੇ ਰੱਖ ਦਿੱਤੀ। ਐਸੇ ਟੇਬਲ ਤੇ ਜਨਾਬ 2 ਕਨਾਲ ਦੇ ਘਰ ਦੀ ਫਰਦ ਪਈ ਸੀ। ਗੇੜਾ ਸਾਹਿਬ ਨੇ ਕਿਹਾ ਮੈਂ ਸਾਰੀ ਜ਼ਿੰਦਗੀ ਕਿਰਾਏ ਦੇ ਮਕਾਨ 'ਚ ਰਹਿ ਲਾਂਗਾ, अच्छा ਮੈਂ ਰਿਸ਼ਵਤ ਦਾ 1 ਮਰਲਾ ਵੀ ਨਹੀਂ ਲੈਣਾ। वाह ਲੱਤ ਮਾਰਤੀ ਜਨਾਬ। ਕੀ ਬਾਤ ਹੈ, ਕਰੋੜ ਨੂੰ ਵੀ ਮੈਂ ਲੱਤ ਮਾਰਦੀ, 2 ਕਨਾਲ ਦੇ ਪਲਾਟ ਨੂੰ ਵੀ ਮੈਂ ਲੱਤ ਮਾਰਦੀ। ਮੇਰਾ ਨਾ ਨਸੀਬ ਗੇੜਾ ਨਹੀਂ, ਬਦ ਨਸੀਬ ਘੋੜਾ ਹੈ। ਬਦਨਸੀਬ ਘੋੜਾ ਹੀ ਹੈ ਸਾਹਿਬ, ਮਰਦ ਤੇ ਘੋੜਾ ਕਦੀ ਬੁੱਢੇ ਨਹੀਂ ਹੋਏ। ਪਰ ਮੈਨੂੰ ਲੱਗਣ ਡਿਆ ਇਸ ਵਾਕਿਆ ਤੋਂ ਬਾਅਦ ਮੈਂ ਹੋ ਗਿਆ। ਵੈਸੇ ਯਾਰ ਖੋਜੀ, ਯਸ ਸਰ। ਅੱਜ ਤੂੰ ਸਵੇਰ ਆ ਕੇ ਗੇੜਾ ਨਾਮਾ ਸ਼ੁਰੂ ਕਿਉਂ ਕੀਤਾ? ਇਹ ਤਾਂ ਮੈਨੂੰ ਦੱਸ। ਦੇਖੋ ਸਾਡੇ ਸਾਹਿਬ ਕੈਸੇ ਸਮਾਰਟ ਲੱਗ ਰਹੇ ਨੇ। ਹੈ ਨਾ? ਨਹੀਂ ਨਹੀਂ, ਮੇਰੇ ਤਾਂ ਢਿੱਡ ਇੱਥੇ ਦਾ ਆਉਂਦਾ ਹੈ। ਓਏ ਯਸ ਸਰ, ਤੁਸੀਂ ਇੰਜ ਨਹੀਂ ਵੇਖੋਗੇ ਜਿੱਡਾ ਫਿੱਟ ਸਾਡੇ ਗੇੜਾ ਸਾਹਿਬ ਨੇ। ਹਾਂਜੀ ਮੈਂ ਚੰਗਾ ਫਿੱਟ ਆ, ਰਿਸ਼ਵਤ ਮੈਂ ਖਾਨਾ, ਮੁਝੇ ਮੈਂ ਛੱਡੀ ਬੈਠਾ। ਬੁਜ਼ਦਿਲ ਮੇਰੇ ਨਾਲ ਕੋਈ ਨਹੀਂ, ਮੈਂ ਤਾਂ ਸਾਈਕਲ ਚੋਰ ਦੇ ਪੈਰੀ ਪਿਆ ਨਾ। अच्छा भाई ये कौन लोग हैं? ਉਹ ਇਹਨਾਂ ਨੂੰ ਬਾਹਰ ਕੱਢਦੇ, ਮਤਾ ਇਹਨਾਂ ਕੋਈ ਮੈਂ 1 ਕਰੋੜ ਰੁਪਏ ਲੈ ਲਵਾਂ। ਇਹ 2 ਨਹੀਂ 3 ਬੰਦੇ ਨੇ, ਇਹਨਾਂ 3 ਕਰੋੜ ਰੁਪਏ ਰੱਖ ਦੇਣਾ ਤੁਹਾਡੇ ਟੇਬਲ ਤੇ, ਔਰ ਮੈਨੂੰ ਪਤਾ ਹੈ ਤੁਸੀਂ ਲੱਤ ਮਾਰ ਦੇਣੀ ਹੈ। ਇਹ ਲੱਤ ਅਗਰ ਤੈਨੂੰ ਟਾਈਮ ਤੇ ਵੱਜੀ ਹੁੰਦੀ ਨਾ ਤੇ ਜ਼ਿਆਦਾ ਅੱਛਾ ਸੀ। ਖੋਜੀ ਬੜੇ ਚਲਾਕ ਆਦਮੀ ਹੈ। हाँ ਇਹ ਕਰੋੜਾਂ ਨੂੰ ਲੱਤ ਮਰਵਾਉਂਦਾ, 100-150 ਨੂੰ ਲੱਤ ਨਹੀਂ ਮਰਵਾਉਂਦਾ। ਬਾਬਾ ਤੇਰੇ ਨਾਲ ਤਾਂ ਮੈਂ ਗੱਲ ਕਰਾਂਗਾ ਬਾਅਦ ਚ, ਤੂੰ ਹੁਣ ਆਪਣੇ ਦਿਨ ਗਿਣ, ਠੀਕ ਹੈ? ਬੱਚਿਆਂ ਦੇ ਵੀ ਨੌਕਰ ਸੀ। ਹੈ ਨਾ? ਲੈ ਬੱਚੇ, ਮੇਰੇ ਬੱਚਿਆਂ ਤੋਂ ਜ਼ਿਆਦਾ ਕਰਪਟ ਬੱਚੇ ਪੂਰੀ ਦੁਨੀਆ 'ਚ ਨਹੀਂ ਗਏ। ਇਹ ਕੱਲ ਮੇਰੀ ਜੇਬ 'ਚੋਂ ਉਹਨੇ ਕਰੋੜ ਕੱਢਿਆ ਔਰ ਉਹਦੇ ਨਾਲ ਫੁੱਟਬਾਲ ਖੇਡਣ ਡਿਆ ਸੀ। ਹਾਂਜੀ, ਪਿਓ ਇਮਾਨਦਾਰ ਹੋਏਗਾ ਤੇ ਔਲਾਦ ਵੀ ਅੱਗੇ ਇਮਾਨਦਾਰ ਹੀ ਹੋਏਗਾ ਨਾ ਜੀ। 3 ਮਹੀਨੇ ਤੋਂ ਤਨਖਾਹ ਨਹੀਂ ਆਈ ਔਰ ਕਰੋੜਾਂ ਨੂੰ ਲੱਤਾਂ ਮਰਵਾ ਰਹੇ। ਆਪਣਾ ਰਾਜਾ ਡੇਂਜਰ ਜੀ ਸਰ। ਇਧਰ ਨੂੰ ਕੱਢ ਕੇ ਤੇ ਲਈ ਬਾਹਰ। ਚੱਲ ਓਏ
12 और चेक कर ली किसी को करोड़ रुपया तो नहीं गा ओए होए होए लो जी जितना ये तगड़ा है ना ये तो 8-10 करोड़ होना चाहिए आराम से बैठो कोई एक आधा करोड़ भी इधर उधर ना हो जाए ਉਧਰ ਚੱਲ ਜਿਹੜਾ ਤੂੰ ਸ਼ਾਕਾ ਬਣਿਆ ਫਿਰਨਾ ਨਾ ਚੱਲ ओए होए होए इन्होंने मैंने डराता है उधर बैठो बाबा जी ओए बुलावा के तो पढ़ ली हैं जे ਉਹ ਸਾਹਿਬ ਜੀ ਤੁਹਾਡੇ ਸਾਹਮਣੇ ਇਹ ਬਲਾਵਾਂ ਕੀ ਨੇ ਤੁਸੀਂ ਤੇ ਇੱਕ ਦਬਕਾ ਮਾਰਨਾ ਹੈ ਇਹਨਾਂ ਦੇ ਸਾਹ ਖੁਸ਼ਕ ਹੋ ਜਾਣੇ ਨੇ मैं तो बुझदा नहीं पड़ा 3 दिन तो मैं थाने नहीं आ रहा क्यों? बाहर थाने के गेट अगे कुत्ता फिर रहा है मैं जो तो वेखना खलोता है मैं वापस घर चले इन्ना मैं डरना हत्थों अंदर कम ना ਬਾਜੀ ਸਾਹਿਬ ਜੀ ਦੀ ਆਦਤ ਹੈ ਮਖੌਲ ਕਰਨ ਦੀ ਜੀ ਐਂ ਜੀ ਸਾਨੂੰ ਹਸਾਉਂਦੇ ਰਹਿੰਦੇ ਨੇ ਜੀ हाँ मैं ऐसे जो थोड़ी हाँ मैं अनिल वेला ए हुणी ये ब्रेक होनी है ना तो मैं ढोलक कट के बजान लग पई ਯਕੀਨ ਕਰੋ ਮਾਤਹਿਤਾਂ ਨੂੰ ਖੁਸ਼ ਕਰਨ ਲਈ ਇਹ ਕੁਝ ਵੀ ਕਰ ਸਕਦੇ ਨੇ ਢੋਲਕ ਤੇ ਕੀ ਇਹ ਪੈਰਾਂ 'ਚ ਘੁੰਗਰੂ ਬਣ ਸਕਦੇ ਨੇ ਜਨਾਬ हाँ जी कई बारी मैं धोती पा के सुपरमैन भी बनया ਇਹ ਤੁਸੀਂ ਮਜ਼ਾਕ ਸਮਝ ਰਹੇ ਹੋ ਨਸ਼ਾ ਜੀ ਇੱਕ ਮੁਜਰਮ ਦੇ ਪਿੱਛੇ 12 ਫੁੱਟ ਦੀ ਦੀਵਾਰ ਇੰਜ ਜੰਪ ਕਰਕੇ ਨਿਕਲ ਗਏ ਨੇ हाँ जी मैं स्प्रिंग खाते सन मैं जो घरों निकलना गड्डी ते नहीं आंदा डम 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 ਅੱਜ ਦੀ ਵੇਖੋ ਜਨਾਬ ਉਹਨਾਂ ਦੀ ਸਾਨੂੰ ਸਿਰਫ ਆਸਾਨ ਲਈ 7 ਰਫਟੀ ਅਫਸਰ ਬਣ ਗਏ ਨੇ बाबा तेन आइडिया नहीं तेरी ट्रांसफर हो किधर रही ਉਹ ਬਸ਼ੀਰ ਕਸਾਈ ਕੋਲੋਂ ਸੋਹਣਾ ਜਿਹਾ ਤੁਹਾਡੀ ਪਸੰਦ ਦਾ 5 ਕਿਲੋ ਗੋਸ਼ਤ ਲੈ ਕੇ ਉਹਦੇ ਘਰ ਦੇ ਆਵਾਂ तेरी तनख्वाह तो नहीं आ गई अच्छा गेड़ा साहब इन पे क्या इल्जाम है? ये राजा दसेगा राजा की मसला है ना था हम पे इल्जाम तो ऐसे भी है वैसे भी सही ये कौन है नाज इनू मेरा ख्याल किसी पोले जुर्म च फड़िया ने ਇਹ ਹਰ ਇੱਕ ਨੂੰ ਕਹਿੰਦਾ ਮੇਰੇ ਤੇ ਨਾਜ਼ ਕਰੋ ओए सखावत नाज दा अपराध नहीं गा और दस की जुर्म किते ਸਰ ਜੀ ਇਹ ਮੁਜਰਮ ਨਹੀਂ ਹੈਗਾ ਇਹ ਤੇ ਮਾਰਕੀਟ ਦਾ ਗਾਰਡ ਹੈ जिस मार्केट दा ये गार्ड है वो तो बड़ी रंगीन जी होएगी हैं ਸਰ ਜੀ ਵਕੂਆ ਇਹ ਹੈਗਾ ਕਿ ਇਹ ਦੋਵੇਂ ਮੁਜਰਮ ਨੇ ਇਹ ਉੱਥੇ ਚੋਰੀ ਕਰਨ ਆਏ ਨੇ ਤੇ ਇਹਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਉਹਨਾਂ ਨੂੰ ਫੜਿਆ ਹੈ लग रहा है कि इन्हें जान दी बाजी लाई होनी ਚਾਚੀ ਜਾਨ ਦੀ ਬਾਜ਼ੀ ਉਹਨੇ ਕੀ ਲਾਈ ਏ ਅਸੀਂ ਚੋਰੀ ਕੀਤੀ ਏ ਇਹਨੇ ਇੱਕ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਅਸੀਂ ਅਰਵਲ ਧਿਆਨ ਕੀਤਾ ਇਹਨੇ ਫੜ ਲਿਆ ਸਾਨੂੰ इन्हें अपने मुजरम फड़ने से 2-3 केसां भरवाइयां ने मैं तो गार्ड नूं जानना अच्छा ਇਹਦੀ ਪਹਿਲੇ ਡਿਊਟੀ ਮੌਤ ਦੇ ਖੂਹ ਤੇ ਹੁੰਦੀ ਸੀ ਇੱਕ ਜਗ੍ਹਾ ਡਾਗਾ ਪੈਣ ਡਿਆ ਸੀ ਇਹ ਦੇ ਦੇ ਕੇ ਖੁਸ਼ ਹੋਣ ਡਿਆ ਸੀ अच्छा ਮੁਜਰਮਾਂ ਨੂੰ ਜਾਣ ਨਹੀਂ ਦਿੰਦਾ ਫੜ ਲਿਆ ਇਹਨੇ बहादुरी की बात है। ਹੁਸ਼ਿਆਰੀ ਦਾ ਮੁਜ਼ਾਹਰਾ ਕੀਤਾ ਕੱਢੀ ਆਪਣੀ ਪੁਰਾਣੀ ਕੈਸਟ ਮੁਜਰਮ ਫੜਨ ਵਾਲੀ ਪਹਿਲਾ ਹੀ ਗਾਣਾ ਮੁਜਰਮ ਫੜਨ ਵਾਲਾ ਸੀ मैं हाँ हुसन दी कलाशन को ਮੁਜਰਮ ਸਮਝ ਰਹੇ ਸੀ ਇਹਦੇ ਕੋਲ ਕਲੈਸ਼ਨ ਕੋ ਉਹ ਸਰ ਜੀ ਇਸ ਵਕੂਵੇ 'ਚ ਇਹਦਾ ਕੋਈ ਕਮਾਲ ਨਹੀਂ ਹੈ ਅਸੀਂ ਫੜਿਆ ਦੋਵਾਂ ਨੂੰ ਅੱਛਾ ਜੀ ਸਰ ਇਹਨੇ ਨਹੀਂ ਫੜਿਆ ਨਹੀਂ ਸਰ ਕਿਉਂ ਜੀ ਇਹਨੇ ਤੇ ਮਾਫੀ ਦੇ ਦਿੱਤੀ ਸੀ ਇਹ ਤੇ ਮਾਫੀ ਦੇਣ ਨੂੰ ਫਿਰਨ ਦੇ अच्छा आपको पता है ਮਾਸੂਮ ਆਦਮੀ ਨਾ इससे मिलता जुलता वाकया बड़ा ही दिलचस्प वाकया। मैं वो खबर पढ़ के सोच रहा था कि कैसे कैसे वाकयात होते हैं यार दुनिया में भी हमारे यहाँ भी। अच्छा जी ये लाहौर में जो EME सोसाइटी है हाँ जी इसमें कोई सैनिटरी की कोई शॉप थी ना दुकान थी उसमें 4 डाकू आए 3 अंदर चले गए और एक जो था वो बाहर था और वो 3 डाकू जो थे वो सामान अमान उठा के और निकलने लगे तो इतने में गार्ड को पता लग गया उसने जनाब दीगर गार्ड्स को भी बुला लिया और उन्होंने डाकुओं को घेर लिया। वाह अच्छा जब घेर लिया ਜਿਵੇਂ ਇਹਨੇ ਘੇਰ ਲਿਆ ਸੀ जब घेर लिया ना उन्होंने तो डाकुओं ने कहा कि भाई हम ये सामान रख देते हैं और हमें माफी दे दो हमें जाने दो। वही वाकया कि जब मैंने तुम्हें माफ किया ये बताओ अगली दफा चोरी करने का पाओगे नहीं इस वाकये में तो गार्ड्स ने बड़ी बहादुरी का मुजाहरा किया और फिर डाकुओं के पास वेपन भी था क्योंकि गार्ड्स ने कहा कि देखो हम खून खराबा नहीं चाहते। उससे अंदाजा ये हो रहा है कि गालिबन उनके पास वेपन भी था मगर एक गार्ड वाहिद है जो कहता खून खराबा होना चाहिए और बहरहाल गार्ड्स ने उनकी तलाशी वलाशी लेके और फिर उनको जाने दिया। एक और बड़ी दिलचस्प बात रिपोर्ट हुई है ओके जी डाकुओं ने गार्ड से इल्तिजा की कि तुम मुंह दूसरी तरफ कर लो। अब ये सारा मामला हो गया ना तलाशी वलाशी लेने के बाद तो गार्ड ने क्या किया कि डाकुओं की तलाशी ली तलाशी लेने के बाद मुंह दूसरी तरफ किया और जब मुड़े हैं तो डाकू फरार हो गए। बड़े मैनरिज्म वाले डाकू अच्छा अभी तक ना पुलिस ने इस पे कोई मुकदमा दर्ज नहीं किया इसकी तफसील अभी तक सामने नहीं आई। बहरहाल डिफरेंट किस्म का वाकया है। शाह जी हम तो एक ज्वेलर की दुकान में घुसे थे ਇਹ ਤੇ ਬਾਹਰ ਖਲੋਤਾ ਰਿਹਾ ਮੈਂ ਅੰਦਰ ਗਿਆ ਵਾਂ ਜਨਾਬ ਸਾਰਾ ਜ਼ੇਵਰ ਮੈਂ ਇਕੱਠਾ ਕੀਤਾ ਤੇ ਥੈਲੇ 'ਚ ਪਾਇਆ थैले थैले पाटा सी ਜਿਹੜਾ ਸਾਹਿਬ ਮੈਂ ਇੱਕ ਮੁੰਦਰੀ ਨਹੀਂ ਥੱਲੇ ਡਿੱਗਣ ਦਿੱਤੀ क्या बात है अपना क्रेडिट भी दस रहा है बंदा पा लम्या लवे और एक मुंदरी थले ना डिगन दे ਮੈਂ ਸੋਨੇ ਦਾ ਥੈਲਾ ਲੈ ਕੇ ਜਦੋਂ ਬਾਹਰ ਆਇਆ ਵਾਂ
ਮੈਂ ਇਹਦੇ ਵੱਲ ਵੇਖਿਆ, ਇਹਦੀਆਂ ਦੋਵਾਂ ਬਾਹਾਂ ਉੱਤੇ ਹੋਈਆਂ ਸਨ। ਉਹ ਮੈਂ ਕੀ ਕਰਦਾ, ਇਹਨੇ ਆ ਕੇ ਮੇਰੀ ਕਮਰ ਤੇ ਪਿਸਤੌਲ ਰੱਖ ਦਿੱਤੀ ਹੈ। ਪਤਾ ਨਹੀਂ ਲੱਗਾ ਇਹ ਪਿੱਛੋਂ ਕਿਧਰੋਂ ਆ ਗਿਆ। ਬਕਵਾਸ ਬੰਦ ਕਰ। ਇਹਨੂੰ ਮੈਂ ਕਿਹਾ ਸੀ ਤੂੰ ਅੰਦਰ ਜਾ, ਮੈਂ ਬਾਹਰ ਖਲੋਣਾ। ਇਹ ਅੰਦਰ ਬਾਹਰ ਦੇ ਚੱਕਰ 'ਚ ਫੜੇ ਗਏ ਨੇ, ਪਤਾ ਤੁਹਾਨੂੰ? ਤੁਸੀਂ ਯਕੀਨ ਕਰੋ, ਅਗਰ ਮੈਂ ਬਾਹਰ ਖਲੋਤਾ ਹੁੰਦਾ ਤੇ ਮੇਰੀ ਕਮਰ ਤੇ ਆ ਕੇ ਗਨ ਰੱਖਦਾ, ਫਿਰ ਦੁਨੀਆ ਦੇਖਦੀ ਕਿ ਮੈਂ ਉੱਥੇ ਇਹਦੇ ਨਾਲ ਕੀ ਕਰਨਾ ਸੀ। क्या करना था? ਇੰਜ ਕਰਨਾ ਸੀ। ਮੈਂ ਕਿਹਾ ਪਤਾ ਨਹੀਂ ਕੋਈ ਬੰਬ ਚਲਾਉਣ ਲੱਗਾ ਹੈ। ਓਹ ਲਓ ਜੀ ਸ਼ਾਹ ਜੀ, ਕੇਸ ਬੜਾ ਇੰਟਰਸਟਿੰਗ ਹੈ, ਇਹਨੂੰ ਦੁਬਾਰਾ ਫਿਰ ਸੁਣਨਾ ਪੈਣਾ। ਇਹਨਾਂ ਦੋਵਾਂ ਤੋਂ ਮੈਂ ਨਿਬੜ ਲੈਣਾ। ਤੂੰ ਦੱਸ ਨਾ, ਜਿਹੜਾ ਤੇਰੇ ਪੈਰੀ ਪੈ ਜਾ ਉਹਨੂੰ ਛੱਡ ਦਿੰਦਾ, ਉਹ ਕਾਹਦਾ ਗਾਰਡ ਹੈ ਤੂੰ? ਇਹ ਸਾਹਿਬ ਜੀ ਸੇਫ ਗਾਰਡ ਹੈ। ਮੈਂ ਕਿ ਗੇੜਾ ਸਾਹਿਬ, हाँ जी। ਕੀ ਗੱਲ ਹੈ ਪ੍ਰਵੀਨ? ਇਹ ਦੋ ਜ਼ਨਾਨੀਆਂ ਆਈਆਂ ਨੇ, ਮੈਨੂੰ ਤੇ ਸਮਝ ਨਹੀਂ ਪਈ ਆਂਦੀ ਇਹਨਾਂ ਦਾ ਕੀ ਮਸਲਾ ਹੈ, ਕਿੰਨੇ ਕਿੰਨੇ ਪੈਸੇ ਦੇਣੇ ਨੇ। ਮੈਂ ਇਹਨਾਂ ਨੂੰ ਅੰਦਰ ਭੇਜ ਰਹੀ ਹਾਂ, ਤੁਸੀਂ ਆਪੇ ਹੀ ਦੇਖ ਲਓ। ਭੇਜ ਦਿਓ। ਓਏ ਚਲੋ ਅੰਦਰ, ਚਲੋ ਇਹਨੂੰ ਅੰਦਰ ਕਰ। ਉਹ ਚਲੋ ओए, ਉਠੋ। सीटा खाली करो। और तू ਛੱਡ इधर आ। ਛੱਡ ਮੇਰਾ तू इधर आ। ਤੇਰਾ ਹੱਥ ਛੱਡਾ, ਇੱਥੇ ਬਹਿ ਇੱਧਰ। ਉਹ ਸਰ ਜੀ ਮੋਰ ओहो बीबी क्या कर रही हैं? गेड़ा साहब वो मारती भी उसे ला रही है, आपके थाने में लोग आके झगड़ते रहते हैं, कम से कम उन्हें रोके तो सही, छुड़ाएं तो सही। ਲੜਾਈ ਤੋਂ ਬਾਅਦ ਸੁਲਹ ਹੀ ਹੋਣੀ ਹੁੰਦੀ ਹੈ। हाँ तो किस किताब में लिखा है कि सुलह से पहले खूब खूनेजी हो? ਇਹ ਪੜ੍ਹੇ ਲਿਖੇ ਲੋग ਨੇ, ਇਹਨੇ ਹਲਕਾ ਫੁਲਕਾ ਲੜ ਕੇ ਫਿਰ ਸੁਲਹ ਕਰਨੀ ਹੁੰਦੀ तो ਹੈ। आपने देखा नहीं वो मारती भी लाई उसे, आपको रोकना चाहिए ना। ਅਨਕਰੀਬ ਲੱਗਦਾ ਤੁਸੀਂ ਵੀ ਕਿਧਰੇ ਐਸਐਚਓ ਸ਼ਿਫਟ ਹੋਵੋਗੇ। ਤੂੰ ਮੈਨੂੰ ਇੱਥੇ ਲੈ ਤੇ ਆਈ ਏ, ਪਰ ਤੂੰ ਮੇਰੇ ਨਾਲ ਠੀਕ ਨਹੀਂ ਕੀਤਾ। ਤੂੰ ਅੱਜ ਇੱਥੇ ਮੇਰੇ ਪੈਸੇ ਦੇ ਕੇ ਜਾਏਂਗੀ। साहब के कोई पैसा ना रखना, उन्होंने लत मार देनी है। ਤੁਹਾਡਾ ਮੇਰੇ ਖਿਆਲ ਪੈਸਿਆਂ ਦਾ ਰੌਲਾ ਹੈ। ਹਾਂਜੀ, ਇਹਨੇ ਮੇਰੇ ਕੋਲੋਂ 2 ਮਹੀਨੇ ਦੇ ਉਧਾਰ ਤੇ ਪੈਸੇ ਲਏ ਸਨ, ਅੱਛਾ ਤੇ ਅੱਜ 2 ਸਾਲ ਬਾਅਦ ਮੇਰੇ ਹੱਥ ਆਈ ਏ। ਅੱਛਾ, ਤੇ ਕਰੋੜਾਂ ਰੁਪਏ ਦੇ ਦੇਣਾ ਹੈਗਾ। ਅਗਰ ਤੁਸੀਂ ਉਹਨਾਂ ਦਾ ਆਪਸ 'ਚ ਤੁਹਾਡਾ ਕਰੋੜ ਦਾ ਲੈਣ ਦੇਣ ਹੁੰਦਾ, ਮੈਂ ਤੇ ਲੱਤ ਮਾਰ ਬੈਠਾ ਸਾਂ। ਤੁਸੀਂ ਕਹਿ ਰਹੇ ਹੋ 2 ਸਾਲ ਬਾਅਦ ਤੁਹਾਡੇ ਕਾਬੂ ਆਈ ਏ। ਹਾਂਜੀ, ਕਿੱਥੇ ਗਾਇਬ ਹੋ ਗਈ ਸੀ? ਤੁਸੀਂ ਸੁਣੋਗੇ ਤੇ ਹੈਰਾਨ ਰਹਿ ਜਾਓਗੇ। ਇਹ ਬੜੀ ਵੱਡੀ ਫਰਾਡਨ ਹੈਗੀ ਜੇ। ਇਹ ਚੱਲ ਨਹੀਂ, ਦੰਦ ਕੱਢ ਦੇਣੇ ਨੇ ਤੇਰੇ। ਮੈਂ ਤੇਰਾ ਮੂੰਹ ਭੰਨ ਦੇਣਾ। ਚੱਲ ਨਹੀਂ ਅੱਡੀ ਤੂੰ। गेड़ा साहब क्या कर, छुड़ाते क्यों नहीं लड़ाई आप? छड़ा, इन्हों दा मेकअप लथ गया, ਅਸੀਂ ਡਰ ਜਾਣਾ। गेड़ा साहब मुदाखलत किया करें ना झगड़े में, हैं? मुदाखलत करें। ਵੇਲੇ ਬੈਠੇ ਹੋ 15 ਤੇ ਫੋਨ ਕਰ ਲਿਓ। नाज़रीन स्टे विद अस, छोटे से वक्फे के बाद वापस आते हैं। आप देख रहे हैं जबरदस्त। ਲੜਕੀਆਂ ਦੀ ਲੜਾਈ ਛੁਡਾਉਂਦੇ ਵੀ ਪਰਚਾ ਹੋ ਜਾਂਦਾ ਹੈ। नहीं, पुलिस के पास तो इख्तियारात होते हैं, वो आपका फीमेल अमला है, उन्हें बुला लें। ਕੌਣ? वो जो खातून है पीछे परवीन, ਉਹ ਤਾਂ ਛੁੱਟੀ ਕਰ ਗਈ। वेलकम बैक नाजरीन। ज़बरदस्त में एक बार फिर खुशामदीद। वक्त हुआ है ख्वाबनामा का, और देखते हैं भाई नाजरीन ने आज अपने कौन कौन से ख्वाब हमसे शेयर किए हैं व्हाट्सएप पे। अस्सलाम वालेकुम शाह जी, मैंने ख्वाब में पुल देखा है, बराए मेहरबानी इसकी ताबीर बता दें। ਬੰਦਾ ਸ਼ਾਹ ਜੀ ਮੈਨੂੰ ਸ਼ਬਾਜ਼ ਸ਼ਰੀਫ ਦਾ ਕੁਝ ਲੱਗਦਾ। ਪੁਲੋਂ ਮੇ ਰੰਗ ਭਰੇ। ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ। ਕਿਉਂ ਜੀ? ਇਹ ਹਮੇਸ਼ਾ ਨਹਿਰ ਵਾਲੇ ਪੁਲ ਤੇ ਹੁੰਦਾ ਜੀ। ਇਹ ਤੇ ਕਹਿੰਦਾ ਕੈਮਰੇ ਵੀ ਉੱਥੇ ਬੁਲਾ ਲਓ, ਰਿਕਾਰਡਿੰਗ ਕਰ ਲਾਂਗੇ। एक दिन फिर आए कैमरे। खाली पुल देखे हैं शाह जी, अंडरपास भी देखे हैं। हमारे नाज़िर ने तो ये कहा कि इन्होंने पुल देखा है, अंडरपास का चूंकि जिक्र ही नहीं किया। ਜੇ ਇਹਨੇ ਅੰਡਰਪਾਸ ਵੀ ਵੇਖਿਆ ਹੁੰਦਾ ਤਾਂ ਸਾਡੇ ਸੈਗਮੈਂਟ ਦਾ ਨਾਮ ਹੋਣਾ ਸੀ ਨਵਾਜ਼ਨਾਮਾ। आपका तो बस नहीं चलता कि आपसे नाम पूछा जाए, आपका नाम क्या है तो आप कहें शहबाज ताहिर। ਅੱਛਾ ਜੀ, ਮੈਂ ਤਾਹਰ ਸ਼ਬਾਜ਼ ਹਾਂ ਤੇ ਤੁਸੀਂ ਕਿਹੜਾ ਐਸਟੈਬਲਿਸ਼ਮੈਂਟ ਤੇ ਕਦੀ ਤਨਕੀਦ ਕੀਤੀ ਹੈ? यार ये आपने उसी किस्म की बात की वो जो आपने एक प्रोग्राम में मेरे बारे में कहती थी ना, चर्च पीता है। ये बिल्कुल वैसी बात है। आज 26 बरस हो गए इस मुल्क में टीवी करते हुए, कॉलम्स लिखते हुए, कोई एक जुमला माशाल्लाह की या आमरीत की हिमायत में दिखा दें, एक बात, और सैकड़ों हज़ारों जुमले, बेशुमार तहरीरें और बेशुमार मरतबा इसी फोरम पे, यानी कि 2 बरस से तो हम ये कर रहे हैं ना, ज़बरदस्त, बेशुमार मरतबा हमने डिस्करेज किया, बेशुमार मरतबा हमने मुजम्मत की माशाल्लाह की, आमरीत की। मैं डेमोक्रेट हूँ और जमहूरियत के साथ इसलिए हूँ कि वो अवाम की बात करते हैं। क्या बात। तो अयूब खान से लेके ज़िया साहब तक कोई भी आमिर है, मेरे मुंह से आप कभी उसकी हिमायत नहीं सुनी। ਮੈਨੂੰ ਕਿਉਂ ਲੱਗਦਾ ਕਿ ਤੁਹਾਡਾ एक घर पिंडी भी है? यार घर तो कहीं भी हो सकता है, वो एक अलग बात है, लेकिन आप लोगों को कैसे जज करते हैं?
आप उनके किरदार से जज करते हैं, आप उनके आमाल से जज करते हैं। आप किसी के बारे में कोई राय कायम करेंगे, कोई फैसला देंगे, किस बुनियाद पे देंगे? किरदार, अमल, तहरीर, जो उसने कहा, रवैया। कोई एक चीज आप मुझे बता दें, मैं बता रहा हूँ ना, 26 बरस में कोई एक लफ्ज जो आमिरियत की हिमायत में या किसी आमिर की हिमायत में मेरे मुंह से अगर निकला हो तो मैं सजावार हूं। ਤੁਸੀਂ ਸਿਆਸੀ ਮਹਿਫਲਾਂ 'ਚ ਘੱਟ ਜਾਂਦੇ ਹੋ, ਉਧਰ ਨਸ-ਨਸ ਬਹੁਤ ਆ ਜਾਂਦੇ। उसकी एक वजह है, देखिए मुझे ना हुक्मरानों से मिलने का शौक नहीं है। अभी पिछले दिनों भी इमरान खान साहब की तरफ से भी दावत आई हुई थी, मेरा भी उसमें लिस्ट में नाम था, मैं नहीं गया। इमरान खान साहब से भी मैं मिलने नहीं गया, मुझे कोई बुराई नहीं है उसमें, मिला जा सकता है। इसी तरह से मियाँ शहबाज साहब की तरफ से भी जैसे साफियों को बुलाया जाता है, मैं अब नहीं जाता, मुझे शौक नहीं है। ਚਲੋ ख्वाबनामा करोगे तो मैनू गिरफ्तारनामा ना करा देना। अब मैं आपको बताता हूँ ना, अब दूसरी बात क्या है। अब ख्वाबनामा नहीं होगा ताहिर। नहीं, हाँ, हमारे प्रोग्राम में इतनी गुंजाइश नहीं होती, लेकिन अब आपने चूंकि छेड़ दिया है ना मौजू, और अब मैं कहने में हक बजाने भी हूँ कि आप इल्जाम तराशी करते हैं ना, क्योंकि आप बाकायदा इल्जाम लगा रहे हैं ना एक चीज। अब दूसरी बात यह है कि किसी भी आमिर की मजम्मत करना एक चीज है, माशाल्लाह के खिलाफ निकलना, मैंने तो बाकायदा मुजाहिरों में शरीक हुआ हूँ, एक बात हो गई, ये एक चीज है। मगर यार आपका 8.5 लाख जो हमारे फौजी भाई हैं, जो सियाचिन पे हैं, जो सरहदों की हिफाजतों पे मामूर हैं, जो जामे शहादत नोश करते हैं, क्या किसी आमिर की गलती की वजह से या किसी ताले आजमा जर्नैल की गलती की वजह से जो 8 लाख फौज है वो तो मेरे भाई बंद है ना, वो तो मेरा खून है, वो मेरी हिफाजत के लिए है, मैं उनके खिलाफ कैसे बोल सकता हूँ? बेशक। मैं तो उन लोगों में से हूँ जो सियासतदानों पे जब तनकीद करते हैं तो साथ ये जुमला जरूर कहते हैं कि सियासतदानों की ताजीम करें, उनकी इंसल्ट मत करें। इस मुल्क के मसाइल का हल जमहूरियत में है, सियासतदानों के पास है। मैं जब तनकीद करता हूं कभी ये नहीं कहता कि ये सबसे घटिया लोग हैं, मैं सिर्फ उनके फेल पे तनकीद करता हूं। ये जो काम इन्होंने किया ये गलत है, मगर हमारे मसाइल का हल इन्हीं के पास है। मैनू तुसी कहते जनरल बख्शी दा मुंडा तो नहीं समझना। ਐਵੇਂ ਤੁਸੀਂ ਇਹਦੀ ਗੱਲ ਨੂੰ ਸੀਰੀਅਸ ਲੈ ਗਏ ਹੋ, ਜਾਤੀ ਉਮਰਾਂ ਨੂੰ ਅਜੇ ਵੀ ਨਹੀਂ ਵੜਨ ਦਿੰਦੇ। ਉਹ ਤਾਂ ਤੁਹਾਡੀ ਗੱਲ ਠੀਕ ਹੈ ਰਾਈ ਸਾਹਿਬ, ਲੇਕਿਨ ਤਾਹਿਰ ਸਾਹਿਬ ਦੇ ਘਰ ਜਦੋਂ ਵੀ ਜਾਓ ਨਾ ਬੈਲ ਦਿਓ ਤੇ ਭਲਾ ਕੀ ਆਵਾਜ਼ ਆਉਂਦੀ? अब तो देखिए ना, YouTube का जमाना है, आज आप जाएं सर्च करें, मैं 10 लाख रुपए ताहिर को इनाम दूंगा। ਇਹ ਚਾਹੁੰਦਾ ਸੀ। 10 लाख रुपए इनाम दूंगा। ये YouTube पूरी आज खोल के बैठ जाए, 10 आदमी लगा दे, एक जुमला अमरियत के हक में और एक जुमला जमहूरियत के खिलाफ मुझे दिखा देगी। इसी तरह से पुराने कॉलम्स उठा ले, अब से थोड़ी यार, मैं जब नई बात में लिख रहा था, दुनिया में लिख रहा था, खबरें में लिख रहा था, ज़िया साहब उस वक्त हयात थे, अल्लाह उन्हें गरीक रहमत करे, 20 साल पहले, उस वक्त भी कभी नहीं लिखा। तो हम तो बड़े क्लियर हैं यार कि आमरियत का रद्द करें, जमहूरियत के साथ खड़े हो। ये बात वसी शाह जिंदाबाद, वसी शाह जिंदाबाद, वसी दे नारे। नहीं यार, दादी हमें आपकी सारी बातों पे यकीन है। हाँ। और मैं आपको और बता दूं, चूंकि हमारे प्रोग्राम में गुंजाइश नहीं होती, ये मेरे ईमान का हिस्सा है, इसलिए कि ये जो है हमारा मुल्क, ये इस्लामी जमहूरिया पाकिस्तान है। ये सिर्फ वेस्टर्न जमहूरियत नहीं है मेरे भाई, ये इस्लामी जमहूरिया पाकिस्तान है। सिर्फ वेस्टर्न जमहूरियत की बात नहीं हो रही, इस मुल्क पे, इस आइन पे, इस जमहूरियत पे, पाकिस्तान की जमहूरियत पे जो मेरा यकीन है ना, वो मेरे ईमान का भी हिस्सा है। इसलिए कि मेरा दीन ये कहता है कि आप अपना खलीफा या आप अपना लीडर जो मुंतखब करेंगे, वो आपकी शूरा मुंतखब करेगी, और वही सिस्टम जो है वो हमने अडॉप्ट किया हुआ है तकरीबन। तो मेरे लिए ये जो जमहूरियत है ये बहुत मुकद्दस भी है, ठीक है ना। तो गल करन तो पहले, इल्जाम लान तो पहले कोई ना कोई सबूत तो तुहाडे कोल होना चाहिए ना, कोई ना कोई गल ते होनी चाहिए है, कोई ना कोई बुनियाद ते होनी चाहिए ना, एवें तो नहीं उठ के चबल मारती। ਤੁਹਾਨੂੰ ਪਤਾ ਇੱਕ ਲਫ਼ਜ਼ ਸ਼ਾਹ ਜੀ ਅੰਦਰ ਪੀ ਗਏ ਨੇ ਅੰਨੀ ਰਿਹਾ। ਨੂਨ ਲੀਗ ਉਹਦੇ ਜ਼ਿਹਨ ਤੇ ਸਵਾਰ ਹੈ, ਯਕੀਨ ਕਰੋ ਬਟੇਰੇ ਵਰਗਾ ਉਹਦਾ ਮੈਨੇਜਰ ਹੈ, ਉਹਨੂੰ ਵੇਖ ਕੇ ਵੀ ਕਹਿੰਦੇ ਹੁੰਦਾ ਸ਼ੇਰ आया शेर आया। लेकिन शाह जी पॉलिटिशियंस की रिस्पेक्ट अपनी जगह, जी जी, लेकिन पाक फौज को हमेशा हमारा सलूट। हाँ, देखिए नहीं, पाक फौज का अपना मकाम है, यकीनन इसमें कोई शक नहीं, मगर मुल्क को तो यार पॉलिटिशियन ही लीड करेंगे ना। जी जी। सुन लो भाईजान, आ रही है जी आ रही सर आवाज, मैनू आज बहुत आ रही। इसका क्या मतलब है कि पाक फौज का एक अपना मकाम है, वो एक इदारा है, बहुत अहम इदारा है, वो हमारे लिए जाने देते हैं, हमारी जाने उन पर कुर्बान, मगर लीड कौन करेगा? सियासतदान। इसका क्या मतलब है? जो शख्स ये बात कह रहा हो अल्लाह ऐलान, इसका क्या मतलब है? बस मेरे को चवलबाजी। ਤੁਹਾਨੂੰ ਪਤਾ ਅੱਜ ਦੀ ਤਕਰੀਰ ਤੋਂ ਬਾਅਦ ਤਾਹਰ ਸਾਹਿਬ नेपाल ਦੀ नेशनलिटी ਲੈ नाज़रीन, ख्वाबनामा तो ताहिर के इल्जामात की नजर हो गया, और मैं आपको शेर भी सुनाता चलूं पिछले दिनों जो मैंने कहे। मैं क्या पता नहीं कोई इशारा कर शाहजीर के बंदे थल्ले टैंक कट के गोला चला देते। ਤੁਹਾਨੂੰ ਪਤਾ ਤੁਹਾਡੀ ਇਹ ਤਕਰੀਰ ਸੁਣ ਕੇ
ਉਹ ਜਿਹੜਾ ਪੁੱਲ ਤੇ ਖਲੋਤਾ ਸੀ ਉਹਨੂੰ ਛਾਲ ਮਾਰ मैंने तो पिछले दिनों भी यार इस पे शेर कहे हैं कि जमहूर की रहेगी ये धरती अबद तलक। जमहूर किन्नू कहते हैं? जमहूर किसे कहते हैं? जी सर, जमहूरियत तुम समझते होगे जमहूर पिंडी को कहते हैं? नहीं, जमहूर आप हैं, मैं हूं। जी अवाम सर। जमहूर की रहेगी ये धरती अबद तलक। ज़हरे मलूकियत क्या है? ये जो बादशाहाना निज़ाम, ये जो आमिराना निज़ाम, ये जो माशाल्लाह का निज़ाम है, उस पे हिट किया है। जमहूर की, ये मुशायरों में पढ़ता हूं भाई, जमहूर की रहेगी ये धरती अबद तलक, अबद तलक। ज़हरे मलूकियत तेरा इनकार लोग हैं। इस बार लाजमी है शिकस्त है अमीर शहर, इस बार तुझसे बरसरे पैकार लोग हैं। शेर च भी उन्होंने तो समझाया कि तू चवल ही है। तुसी गुस्से च आ गए हो, पिछों गिटार पढ़ के बजा लो थोड़ी देर। और आखिरी बात ये जो कि मैं हमेशा कहता हूँ, पीटीआई हो, नून लीग हो, एएनपी हो, एमक्यूएम हो, मौलाना फजलुर रहमान साहब की जमात हो, मुस्लिम लीग नून हो, कुछ अच्छाइयाँ हैं, कुछ बुराइयाँ हैं। अच्छाइयों का इतराफ़ करें, उनको इनकरेज करें, उसकी तौसीफ़ करें। बुराइयाँ किसी भी पार्टी में हैं, किसी भी लीडर में हैं, उस पर तनकीद करें। उस पर तनकीद का मतलब ये नहीं है कि आप आमरीत के हक़ में। जमात इस्लामी का भी नाम ले लो, मंसूरियों लंघ दो रोज़ाना। जी, जमात इस्लामी मुझे इस हवाले से बहुत पसंद है कि पार्टियों के अंदर इस मुल्क में अगर किसी पार्टी में जमहूरियत है, तमाम पार्टीज को जमात इस्लामी से ये बात सीखनी चाहिए, तो वो सिर्फ और सिर्फ जमात इस्लामी है। मुनव्वर हसन किसी के रिश्तेदार नहीं थे, सिराजुल हक किसी की औलाद नहीं है, काजी हुसैन अहमद को ये पार्टी जो थी वो विरासत में नहीं मिली थी। तो तमाम पॉलिटिकल पार्टीज को जमात इस्लामी से ये बात सीखनी चाहिए। तो मैं हसन नवाज दे चाचे दा मुंडा। ਇਹ ਗੱਲ ਉਹਨਾਂ ਦੇ ਹੱਕ 'ਚ नहीं ਉਹਨਾਂ ਦੇ खिलाफ है। मरूसियत ने खराब किया है इसे। जी हाँ, अब हमें लंबी हो जाएगी बात। नाज़रीन स्टे विद अस, थोड़े से वक्फे के बाद वापस आते हैं। आप आज तो जबरदस्त देख ही रहे हैं। वेलकम बैक नाज़रीन। जबरदस्त में एक बार फिर खुशामदीद। वक्त हुआ है जबरदस्त मौसीकी का। मुझे कुछ यूं नजर आने लगा है। पेश कर रही हैं जरकाली। मुझे कुछ यूं नजर आने लगा है, मुझे कुछ यूं नजर आने लगा है। वो गोया मुझे से घबराने लगा है, मुझे कुछ यूं नजर आने लगा है। वो गोया मुझे से घबराने लगा है, मुझे कुछ यूं नजर आने लगा है। अभी कहता नहीं वो अपने मुंह से, वाह। अभी कहता नहीं वो अपने मुंह से, अभी कहता नहीं वो अपने मुंह से। मोहब्बत करके पछताने लगा है, मोहब्बत करके पछताने लगा है। वो गोया मुझे से घबराने लगा है, मुझे कुछ यूं नजर आने लगा है। जैसे आ गई हो
आ गई हो बड़ी दानाई, जैसे आ गई हो मुझे भी देखो समझाने लगा है, वाह, मुझे भी देखो समझाने लगा है। वो गोया मुझसे घबराने लगा है, मुझे कुछ यूं नजर आने लगा है। भुला करने किया एक एक मेरी, भुला करने किया एक एक मेरी, भुला करने किया एक एक मेरी, बड़े एहसान गिनवाने लगा है। वो गोया मुझसे घबराने लगा है, मुझे कुछ यूं नजर आने लगा है, मुझे कुछ यूं नजर आने लगा है। जबरदस्त। आखिर में वो ताहिर साहब ने जज्बाती कर दिया था, और मैं आपको सुना दूं किस किस मौके पे क्या क्या कहा है। इसी पर प्रोग्राम का इख्तिताम करते हैं। कह जी इख्तिताम जेड़ा वो मैनू 2-4 गालां ते करो। गालियां क्यों यार, दलील से बात करनी चाहिए ना। दलील आदमी जबर का मौसम कब बदलेगा, जबर का मौसम कब बदलेगा, क्या बात, हम बदलेंगे तब बदलेगा। जबर का मौसम कब बदलेगा, हम बदलेंगे तब बदलेगा। मुशर्रफ साहब के दौर में गई थी। सारी उम्र ये आस रही वो अब बदलेगा, अब बदलेगा। मेरी उम्र तो बीत गई वो अब क्या अपना ढब बदले। जबर का मौसम कब बदलेगा, हम बदलेंगे तब बदलेगा। और आखिरी बात यह कि आमरिया चाहे डायरेक्ट फौजी हो चाहे जमहूरियत के लिबादे में हो, तो हमारे जो फौजी भाई पाकिस्तान की खातिर शहीद होते हैं उन्हें सैल्यूट ना करें क्या। हर किस्म की आमरियत की मजम्मत करनी चाहिए। ਇਹਨੇ ਹੁਣ ਆਪਣੇ ਵੱਡੇ ਮੁੰਡੇ ਦਾ ਨਾਂ ਜਮਹੂਰੀਅਤ ਰੱਖ ਦੇਣਾ। हाँ रखो, बहुत अच्छी बात है। बहुत अच्छे। 3.5 साल बाद टूट जा कर। नाज़रीन, ये था आज का जबरदस्त। इजाजत दीजिए, अल्लाह हाफ़िज़।